ਪ੍ਰਧਾਨਗੀ ਮੰਡਲ ਅਤੇ ਵੱਖ-ਵੱਖ ਸੰਗਠਨਾਂ ਦੇ ਜਾਂ ਵਿਅਕਤੀਗਤ ਤੌਰ ਤੇ ਅੱਜ ਇਸ ਸਮਾਗਮ ਦੇ ਵਿੱਚ ਜਿਹੜੇ ਇਕੱਤਰ ਹੋਏ ਆਪਾਂ ਸਾਰੇ 38ਵੀਂ ਸਾਲਗਿਰਾ ਹੈ ਬਲੂ ਸਟਾਰ ਆਪਰੇਸ਼ਨ ਦੀ। ਅਸੀਂ ਵੀ ਆਪਣੀ ਕਿਸਾਨ ਜਥੇਬੰਦੀ ਵੱਲੋਂ 6 ਜੂਨ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਉਣ ਦਾ ਹਰ ਸਾਲ ਕਰਦੇ हैं तो इस बार भी परसों ਨੂੰ ਕਰਾਂਗੇ ਕੱਲ ਨੂੰ 6 ਜੂਨ ਨੂੰ। ਤੇ ਰੋਸ ਇਹ ਹੈ ਉਹ ਜਿਵੇਂ ਵੀ ਇਹ ਵਾਪਰਿਆ ਜੋ ਕੀਤਾ ਗਿਆ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਉਹ ਇੱਕ ਪੂਰੀ ਦੁਨੀਆ ਦੇ ਭਾਈਚਾਰੇ ਦੇ ਜਜ਼ਬਾਤਾਂ ਨਾਲ ਖੇਡਣ ਤੋਂ ਜਿਵੇਂ ਖੇਡਿਆ ਗਿਆ ਜਿਵੇਂ ਉਹਨਾਂ ਦੀਆਂ ਭਾਵਨਾਵਾਂ ਨੂੰ ਵਲੂੰਦਰਿਆ ਗਿਆ ਤੇ ਜੋ ਉਹ ਪ੍ਰਾਪਤ ਕਰਨਾ ਚਾਹੁੰਦੇ ਸੀ ਜਿਵੇਂ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਜਾਂ ਉਹਦੇ ਤੋਂ ਹਟ ਕੇ ਵੀ ਕੋਈ ਹੋਵੇ ਜਿਸ ਮੈਥਡ ਦੇ ਨਾਲ ਜਿਸ ਕਰੂਅਲਟੀ ਦੇ ਨਾਲ ਆਈਡੀਓਲੋਜੀਕਲੀ ਵੀ ਫਿਜ਼ੀਕਲੀ ਵੀ ਜੋ ਆਪਰੇਸ਼ਨ ਕੀਤਾ ਗਿਆ ਇਹਦੀ ਨਿੰਦਾ ਕਰਦੇ ਹੋਏ ਜਿੰਨੇ ਵੀ ਡੈਮੋਕ੍ਰੇਟ ਮਾਈਂਡਡ ਵਿਅਕਤੀ ਨੇ ਸੰਸਥਾਵਾਂ ਨੇ ਉਹਨਾਂ ਨੂੰ ਇਹਨੂੰ ਕੰਡੈਮ ਹੀ ਕਰਨਾ ਚਾਹੀਦਾ ਗੈਰ ਜ਼ਰੂਰੀ ਕਹਿਣਾ ਚਾਹੀਦਾ ਤੇ ਚਾਹੀਦਾ ਇਹ ਹੈ ਕਿ ਇਹਦੇ ਲਈ ਅੱਜ ਵੀ ਪੂਰੇ ਦੇਸ਼ ਦੀ ਜਿਹੜੀ ਸੰਸਦ ਹੈ ਸੰਸਦ ਦੇ ਵਿੱਚ ਸੰਸਦ ਦੀ ਨੁਮਾਇੰਦਗੀ ਕਰਨ ਵਾਲੇ ਜਿਹੜੇ ਵੀ ਸਾਡੇ ਦੇਸ਼ ਦੇ ਵਿੱਚ ਹੈਗੇ ਨੇ ਉਹ ਇਸ ਲਈ ਗਲਤੀ ਮੰਨਣ ਤੇ ਆਪਣੀ ਮਾਫੀ ਮੰਗਣਗੇ ਗਲਤ ਹੋਇਆ ਹੈ। ਰਹੀ ਗੱਲ ਕਿ 84 ਚ ਬਲੂ ਸਟਾਰ ਆਪਰੇਸ਼ਨ ਹੋਣ ਤੋਂ ਪਹਿਲਾਂ ਜਿਵੇਂ ਵੀ ਪੰਜਾਬ ਦਾ ਸਮਾਜ ਡਿਵੈਲਪ ਕਰ ਰਿਹਾ ਸੀ ਬਹੁਤ ਸੰਕਟ ਸੀ ਕਿਸਾਨੀ ਸੰਕਟ 'ਚ ਜਾ ਰਹੀ ਸੀ ਬੇਰੁਜ਼ਗਾਰੀ ਵੱਧ ਰਹੀ ਸੀ ਪੂਰੇ ਪੰਜਾਬੀ ਸਮਾਜ ਦੀਆਂ ਆਪਣੀਆਂ ਮੰਗਾਂ ਜ਼ੋਰ ਫੜ ਰਹੀਆਂ ਸੀ ਤੇ ਇੱਕ ਟਰਮੋਇਲਿਕ ਸਿਚੁਏਸ਼ਨ ਜਿਹੜੀ ਹੈ ਪੰਜਾਬ ਦੀ ਬਣੀ ਹੋਈ ਸੀ। ਮੈਨੂੰ ਯਾਦ ਹੈ ਕਿ ਯੂਨੀਵਰਸਿਟੀਆਂ ਤੇ ਕਾਲਜ ਬਹੁਤ ਵੱਡੇ ਵੱਡੇ ਸੰਘਰਸ਼ਾਂ ਦਾ ਮੈਦਾਨ ਬਣੇ ਹੋਏ ਸੀ ਤੇ ਇਹ ਵਰਤਾਰਾ ਇੱਕ ਤਬਦੀਲੀ ਚਾਹੁੰਦਾ ਸੀ ਉਸ ਪੰਜਾਬੀ ਸਮਾਜ ਇੱਕ ਤਬਦੀਲੀ ਚਾਹੁੰਦਾ ਸੀ। ਚਲੋ ਕਿਸੇ ਵਿਚਾਰਾਂ ਦੇ ਨਾਲ ਕਿਸੇ ਮਾਡਲ ਦੇ ਨਾਲ ਕਿਸੇ ਮੈਥਡ ਦੇ ਨਾਲ ਮਤਭੇਦ ਹੋ ਸਕਦੇ ਨੇ ਲੇਕਿਨ ਪੰਜਾਬੀ ਸਮਾਜ ਦੇ ਅੰਦਰ ਉਹ ਅਨਰੈਸਟ ਉਹ ਕੰਟਰਾਡਿਕਸ਼ਨ ਕਾਫੀ ਸ਼ਾਰਪ ਸੀਗੀਆਂ ਜਿਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਆਗੂ ਨੇ ਉਹ ਚਾਹੇ ਸਾਡਾ ਕਪੂਰੀ ਵਾਲਾ ਮੋਰਚਾ ਲੱਗਿਆ ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਲੱਗਿਆ ਉਹਦੇ ਤੋਂ ਬਾਅਦ ਇੱਕ ਮੋਰਚਾ ਸੰਤ ਭਿੰਡਰਾਂ ਵਾਲੇ ਦੀ ਅਗਵਾਈ ਦੇ ਵਿੱਚ ਚੱਲਿਆ। ਇਹ ਸਾਰੇ ਦਾ ਸਾਰਾ ਇਹ ਦਰਸਾਉਂਦਾ ਕਿ ਪੰਜਾਬੀ ਲੋਕ ਕੋਈ ਨਾ ਕੋਈ ਤਬਦੀਲੀ ਚਾਹੁੰਦੇ ਸੀ। ਇਹਦੇ ਵਿੱਚ ਕਈ ਤਰ੍ਹਾਂ ਦੀਆਂ ਬਹਿਸਾਂ ਵੀ ਆਈਆਂ ਕਿ ਪੰਜਾਬੀ ਲੋਕਾਂ ਦੀ ਏਕਤਾ ਇੱਕ ਕੌਮੀ ਏਕਤਾ ਹੈ ਜਾਂ ਪੰਜਾਬ ਦੇ ਅੰਦਰ ਕੇਵਲ ਸਿੱਖ ਭਾਈਚਾਰਾ ਇੱਕ ਕੌਮ ਹੈ। ਇਹ ਡਿਸਕਸ਼ਨਾਂ ਵੀ ਉਸ ਵੇਲੇ ਬਹੁਤ ਹੋਈਆਂ ਔਰ ਸਾਡੇ ਸਾਹਮਣੇ ਇਹ ਸਵਾਲ ਕਾਫੀ ਇੰਪੋਰਟੈਂਟ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਕੋਈ ਅਗਵਾਈ ਕਰੀਏ ਪੱਥਲਗੜੀ ਦੀ ਮੂਵਮੈਂਟ ਦੀ ਇਹਨਾਂ ਨੇ ਉਦਾਹਰਨ ਦਿੱਤੀ ਹੈ ਤਾਂ ਮੈਂ ਕਹਿੰਦਾ ਕਿ ਅੱਜ ਤਾਂ ਇਹ ਸਮਾਂ ਆ ਗਿਆ ਕਿ ਪੱਥਲਗੜੀ ਦੀ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਫਾਦਰ ਸੀ ਜਿਹੜਾ ਸਟੇਨ ਸਵਾਮੀ ਤੁਹਾਨੂੰ ਯਾਦ ਹੋਊਗਾ ਵਿਚਾਰਾ ਜੇਲ੍ਹ 'ਚ ਹੀ ਦਮ ਤੋੜ ਗਿਆ ਤੇ ਇਹ ਅੱਜ ਦੀ ਪਰਿਸਥਿਤੀ ਜਿਵੇਂ ਸਿੱਧੂ ਸਾਹਿਬ ਨੇ ਦੱਸਿਆ ਕਿ 84 ਤੋਂ ਬਾਅਦ ਜਾਂ ਉਸ ਤੋਂ ਬਾਅਦ ਲਗਾਤਾਰ ਕਈ ਮੂਵਮੈਂਟਾਂ ਦਾ ਡਾਕਟਰ ਪਿਆਰੇ ਲਾਲ ਨੇ ਵੀ ਜ਼ਿਕਰ ਕੀਤਾ ਹੈ ਕਿ ਸਾਡੀ ਸਟੇਟ ਹੈ ਜਿਹੜੀ ਇੱਕ ਮੈਜੋਰਿਟੇਰੀਅਨ ਰੂਲ ਦਾ ਰੂਪ ਅਖਤਿਆਰ ਕਰ ਗਈ ਹੈ ਉਹਦਾ ਕੰਟੈਂਟ ਵੀ ਹੈ ਉਹਦੀ ਫੌਰਨ ਵੀ ਸਾਹਮਣੇ ਆਉਂਦੀ ਹੈ। ਹੁਣ ਇਸ ਸਟੇਟ ਜੋ ਸਾਡੀ ਜਿਹਨੂੰ ਕਹਿ ਲਓ RSS BJP ਜਿਹਨੂੰ ਕੰਟਰੋਲ ਕਰਦੀ ਹੈ ਜਿਹਦੇ ਵਿੱਚ ਕਿਸੇ ਵੀ ਡਾਇਸੈਂਟ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਜਿਹਦੇ ਵਿੱਚ ਜਿਹੜਾ ਥੋੜਾ ਬਹੁਤਾ ਵੀ ਉਹਨੂੰ ਚਾਹੇ ED ਇਨਕਮ ਟੈਕਸ UAPA ਜਾਂ ਉਸ ਤੋਂ ਵੀ ਅੱਗੇ ਹੁਣ ਚਲੋ ਸੁਪਰੀਮ ਕੋਰਟ ਨੇ ਥੋੜੀ ਠੱਲ ਪਾਤੀ ਰਾਜ ਧਰੋਹ ਵਾਲੇ ਮਾਮਲੇ ਤੇ ਲੇਕਿਨ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਇਸ ਸਟੇਟ ਵੱਲੋਂ। ਸੋ ਇਹਦੇ ਅੰਦਰ ਜਦੋਂ ਅਸੀਂ ਅੱਜ ਬਲੂ ਸਟਾਰ ਆਪਰੇਸ਼ਨ ਦੀ ਉਸ ਬਰਸੀ ਦੇ ਉੱਤੇ ਉਹਨੂੰ ਨਿੰਦਦੇ ਹੋਏ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਉਸ ਸਰਕਾਰ ਕੋਲੋਂ ਮਤਲਬ ਕਿ ਸੰਸਦ ਤੋਂ ਮੰਗ ਕਰਦੇ ਹਾਂ ਜਿਹੜੀ ਸ਼ਾਇਦ ਕਦੇ ਵੀ ਨਹੀਂ ਸੋਚੂਗੀ ਇਸ ਮਾਮਲੇ ਦੇ ਉੱਤੇ ਇਸ ਕਿਸਮ ਦਾ ਇਹ ਸਾਡੇ ਰੂਲਰ ਇਸ ਵੇਲੇ ਹੈਗੇ ਨੇ। ਸੋ ਇਹਦੇ ਵਿੱਚ ਸਾਡੇ ਸਮਾਜ ਦਾ ਜਿਨੀ ਮੈਂ ਇੱਕ ਕਿਸਾਨ ਆਗੂ ਦੇ ਨਾਤੇ ਜਾਂ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਦੇ ਨਾਤੇ ਸਮਝਦਾ ਕਿ ਅਸੀਂ
एक ऐस जगह ते हाँ जोग्राफिकली हिस्टोरिकली या एक डिवेलपमेंट के तौर पर साडे कल्चर के तौर पर पंजाब एक ऐसी स्टेट है बार्डर के उत्ते असी साडा गवांढी कश्मीर है। इतिहास के विच जिहड़ा जिक्र आया कि साडे कई कौमां ने जिहड़ियां उन्हां नूं अंग्रेज़ां ने बड़ी चलाकी दे नाल वंडिया, कश्मीरी भी ने, पंजाबी भी ने ते बंगाली भी ने ते इसे तरह चलो हिस्टोरिकली तमिलियन भी वंडे हुए ने। इस प्रसंग के अंदर जो असी अज विश्लेषण कर रहे हैं तो मेरी अंडरस्टैंडिंग ये है कि अगर पंजाब के लोग, पंजाब के सिख विद्वान, सिख एक्टिविस्ट जिवें प्रोफैसर अपने मनजीत सिंह कह के गए ने, अज अगर पंजाब के विचों कोई मूवमेंट उठती है, मैं किसान मूवमेंट के तजर्बे के विचों कहना चाहुंदा कि पंजाबी लोगों वाल देश के लोगों की एक नज़र है कि पंजाब के लोग शायद कोई देश नूं एक रस्ता, देश लिए एक राह बनाउणगे। ये मैं महसूस करता। यदी उदाहरण है पिछले समय उठा किसान अंदोलन कि उस किसान अंदोलन दे विच पंजाबी किसानां नूं, सिखां नूं, सिख किसानां नूं, सिख संस्थावां, संप्रदावां नूं, शख्सियतां नूं पूरे देश के विच एक सन्मान ही नहीं मिलिया, उन्होंने मानता मिली कि हाँ तुसीं अगे आओ, असीं तुहाडे नाल लगण लई तैयार हैं। जदों लहरां दे दौर दे विचों असीं गुजरे हाँ पिछले समय च, मैं नहीं कहता मैं इस गल मद्दा नहीं हाँ, पंजाब दे लोगों ने 47 तो पहला भी 47 तो बाद भी, चाहे वो एमरजेंसी लगी सी, चाहे उस तो बाद भी हर अंदोलन दे विच, हर तब्दीली दे विच वड्डे योगदान पाए ने। और इसे करके ही मैनू लगता असी पूरी दुनिया के अंदर भी तो देश के अंदर भी एक जगह अपनी बना चुके हैं या बनी हुई है। एक चलते समाज के अंदर अज जिस किस्म की साडी हाकम जमात है या साडी राजसत्ता है, वो व्याख्यान साडे मेरे कई बुद्धिजीवी करके गए ने, ਉਹਦੇ अंदर उस राजसत्ता के खिलाफ लड़ाई लड़न दे सानू तौर तरीके जरूर लभने पैणगे। और मैं मतलब कि ये गल बड़े विश्वास नाल कह सकदा हां कि पंजाब दीयां संस्थावां अगर अंदोलन नूं बिल्डअप करदियां ने, वो अंदोलन बेशक मजोरिटेरियन रूल के विरोध दे विच ब्राह्मणवादी हिंदू जो मजोरिटेरियन रूल है ਉਹਦੇ ਵਿਰੋਧ ਹੋਣ ਦੀਆਂ ਸੰਭਾਵਨਾਵਾਂ ਵੀ ਬਹੁਤ ਨੇ। ਨੰਬਰ 1 नंबर 2 ਸੈਂਟਰਲਾਈਜ਼ਡ ਹਕੂਮਤ ਦੇ ਖਿਲਾਫ ਫੈਡਰਲਿਜ਼ਮ ਦੀ ਜੋ ਸੰਘਰਸ਼ ਹੈ ਉਹਦੇ ਵੀ ਬਹੁਤ ਸੰਭਾਵਨਾਵਾਂ ਨੇ। ਔਰ ਇਹ ਸੰਭਾਵਨਾਵਾਂ ਦੇਸ਼ ਨੂੰ ਇੱਕ ਤਰ੍ਹਾਂ ਦਾ ਇੰਪ੍ਰੈਗਨੇਟਡ ਸੁਸਾਇਟੀ ਹੈ, ਉਹਦੇ 'ਚ ਪੰਜਾਬੀ ਸਮਾਜ ਵੱਡੀਆਂ ਯੋਗਦਾਨ ਪਾ ਸਕਦਾ। ਔਰ ਮੇਰਾ ਤੁਹਾਡੇ ਸਾਹਮਣੇ ਸਾਰਿਆਂ ਦੇ ਇਹ ਇੱਕ ਹੈ ਕਿ ਅੱਜ ਜਦੋਂ ਅਸੀਂ एक अंदोलनगत समाज के उस मरहले नूं याद करते हैं जिहदे विच बहुत सारा पंजाब ने गवाया, बहुत सारे नौजवान साडे तो पिछड़े ने, बहुत सारिया जिवें आया किताबां आ गई उन्हां तजर्बियां दे विचों अपने पिछले अंदोलनां दे नौजवानों के विद्यार्थियों के तजर्बे दे विचों आपां सीखीए। चंडीगढ़ च खड़े मैनूं अज ही पता लग्या कि चंडीगढ़ की यूनीवर्सिटी के उत्ते बहुत वड्डा हमला केंद्र सरकार करन जा रही है। तो साडा सारिਆਂ ਦਾ फर्ज है, चाहे चंडीगढ़ च रहने चाहे पंजाब च है, कि केंद्र सरकार के हर उस हमले के खिलाफ असी डट के सारे खड़ीए। सो ये डट के खड़न की जिहड़ी एक जरूरत देश के लोग तुहाडे तो आस करते हैं। आओ अज मतलब कि उहनूं निभाउण दे वास्ते आपे अपनी समझ दे नाल जिन्ना क भी एक्टिविज्म, जिन्नी की ऑर्गेनाइज्ड असी कोशिश कर सकते हाँ, उस करने की कोशिश करिए। धन्यवाद।